बहुत ही प्यारे बच्चों, मेरा नाम सुखजिंदर सिंह, साइंस अध्यापक सरकारी सीनियर सैकेंडरी स्कूल जनेर ਜ਼ਿਲ੍ਹਾ ਮੋਗਾ। ਅੱਜ ਆਪਾਂ ਪਾਠ ਨੰਬਰ 4 ਕਾਰਬਨ ਅਤੇ ਇਸ ਦੇ ਯੌਗਿਕ ਵਿੱਚੋਂ ਕਾਰਬਨ ਦੇ ਯੌਗਿਕ ਅਤੇ ਕਾਰਬਨ ਯੌਗਿਕਾਂ ਦੇ ਨਾਮਕਰਨ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ ਕਿ ਯੌਗਿਕ ਕਹਿੰਦੇ ਕਿਸ ਨੂੰ ਹਨ। ਤਾਂ ਪਿਆਰੇ ਬੱਚਿਓ, ਦੋ ਜਾਂ ਦੋ ਤੋਂ ਵੱਧ ਤੱਤਾਂ ਦੇ ਪਰਮਾਣੂ ਪੁੰਜ ਦਾ ਜਦੋਂ ਕਿਸੇ ਨਿਸ਼ਚਿਤ ਅਨੁਪਾਤ ਵਿੱਚ ਸੁਮੇਲ ਹੋਵੇ ਤਾਂ ਪ੍ਰਾਪਤ ਉਤਪਾਦਾਂ ਨੂੰ ਯੌਗਿਕ ਕਿਹਾ ਜਾਂਦਾ ਹੈ। ਇਸ ਪਾਠ ਵਿੱਚ ਅਸੀਂ ਕਾਰਬਨ ਦਾ ਅਧਿਐਨ ਇੱਕ ਤੱਤ ਅਤੇ ਸੰਯੁਕਤ ਦੋਵਾਂ ਰੂਪਾਂ ਵਿੱਚ ਕਰਾਂਗੇ ਅਤੇ ਇਹ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹਨਾਂ ਰੂਪਾਂ ਵਿੱਚ ਕਾਰਬਨ ਦਾ ਕੀ ਮਹੱਤਵ ਹੈ। ਰੋਜ਼ਾਨਾ ਜੀਵਨ ਵਿੱਚ ਸਾਡੇ ਦੁਆਰਾ ਪਹਿਨੇ ਜਾਂਦੇ ਕੱਪੜੇ, ਸਰੀਰਕ ਊਰਜਾ ਲਈ ਖਾਧਾ ਜਾਂਦਾ ਭੋਜਨ, ਬਿਮਾਰੀ ਦੀ ਹਾਲਤ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਪੜ੍ਹਨ ਜਾਂ ਲਿਖਣ ਸਮੱਗਰੀ ਲਈ ਵਰਤੋਂ ਵਿੱਚ ਆਉਂਦੀਆਂ ਕਾਪੀਆਂ ਅਤੇ ਕਿਤਾਬਾਂ ਆਦਿ ਵਸਤਾਂ ਕਾਰਬਨ ਤੱਤ 'ਤੇ ਹੀ ਆਧਾਰਿਤ ਹੁੰਦੀਆਂ ਹਨ। ਕਾਰਬਨ ਦਾ ਪਰਮਾਣੂ ਅੰਕ 6 ਹੈ ਅਤੇ ਇਸ ਦੀ ਇਲੈਕਟ੍ਰੋਨ ਤਰਤੀਬ ਵਿੱਚ ਪਹਿਲੇ ਸ਼ੈੱਲ ਵਿੱਚ 2 ਅਤੇ ਦੂਜੇ ਸ਼ੈੱਲ ਵਿੱਚ 4 ਇਲੈਕਟ੍ਰੋਨ ਹਨ। ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕਾਰਬਨ ਦਾ ਪਰਮਾਣੂ ਅੰਕ 6 ਹੈ ਅਤੇ ਜਿੰਨਾ ਕਿਸੇ ਤੱਤ ਦਾ ਪਰਮਾਣੂ ਅੰਕ ਹੋਵੇ ਤਾਂ ਉਨੇ ਹੀ ਉਸ ਵਿੱਚ ਇਲੈਕਟ੍ਰੋਨ ਜਾਂ ਪ੍ਰੋਟੋਨ ਦੀ ਸੰਖਿਆ ਹੁੰਦੀ ਹੈ। ਤਾਂ ਕਾਰਬਨ ਦਾ ਪਰਮਾਣੂ ਅੰਕ 6, ਇਲੈਕਟ੍ਰੋਨ ਸੰਖਿਆ 6 ਅਤੇ ਪ੍ਰੋਟੋਨ ਦੀ ਸੰਖਿਆ ਵੀ 6 ਹੈ। ਕਾਰਬਨ ਦੀ ਇਲੈਕਟ੍ਰੋਨ ਤਰਤੀਬ ਪਹਿਲੇ ਸ਼ੈੱਲ ਵਿੱਚ 2 ਅਤੇ ਦੂਜੇ ਸ਼ੈੱਲ ਵਿੱਚ 4 ਇਲੈਕਟ੍ਰੋਨ ਮੌਜੂਦ ਹਨ ਅਤੇ ਕਿਉਂਕਿ ਕਾਰਬਨ ਦੇ ਬਾਹਰੀ ਸ਼ੈੱਲ ਵਿੱਚ ਇਲੈਕਟ੍ਰੋਨ ਦੀ ਸੰਖਿਆ 4 ਹੈ ਤਾਂ ਕਾਰਬਨ ਦੀ ਸੰਯੋਜਕਤਾ 4 ਹੁੰਦੀ ਹੈ। ਪਰੰਤੂ ਨੋਬਲ ਗੈਸ ਇਲੈਕਟ੍ਰੋਨ ਤਰਤੀਬ ਪ੍ਰਾਪਤ ਕਰਨ ਲਈ ਤੱਤ ਕਾਰਬਨ ਜਾਂ ਤਾਂ 4 ਇਲੈਕਟ੍ਰੋਨ ਪ੍ਰਾਪਤ ਕਰਦਾ ਹੈ ਅਤੇ ਜਾਂ ਫਿਰ 4 ਇਲੈਕਟ੍ਰੋਨ ਗਵਾ ਸਕਦਾ ਹੈ। ਤਾਂ ਆਓ ਦੇਖਦੇ ਹਾਂ ਕਿ ਇਹ ਸੰਭਵ ਹੈ। ਤਾਂ ਪਿਆਰੇ ਬੱਚਿਓ, 4 ਇਲੈਕਟ੍ਰੋਨ ਪ੍ਰਾਪਤ ਕਰਕੇ ਕਾਰਬਨ C4- ऋण आयन बना सकती है, पर 4 इलैक्ट्रॉन प्राप्त करके कार्बन कोल प्रोटॉन संख्या तो 6 ही हुंदी है, परंतु 4 इलैक्ट्रॉन प्राप्त करन ते कार्बन की इलैक्ट्रॉन संख्या 6 + 4 यानी कि 10 हो जाएगी। तो 6 प्रोटोनां वाले न्यूक्लियस लई 10 इलैक्ट्रॉन भाव 4 वाधू इलैक्ट्रॉन नूं साਂਭਣਾ औखा होवेगा। ਹੁਣ ਜੇਕਰ ਅਸੀਂ ਦੂਜੇ ਪੱਖ ਦੀ ਗੱਲ ਕਰੀਏ ਤਾਂ 4 ਇਲੈਕਟ੍ਰੋਨ ਗਵਾ ਕੇ ਕਾਰਬਨ C4+ ਧਨ ਆਇਨ, ਜਿਸ ਦੀ ਇਲੈਕਟ੍ਰੋਨ ਤਰਤੀਬ 6 ਦੇ ਵਿੱਚੋਂ 4 ਇਲੈਕਟ੍ਰੋਨ ਘਟਾਉਣ 'ਤੇ 2 ਹੋਵੇਗੀ, ਪਰੰਤੂ ਇਸ ਮੰਤਵ ਵਿੱਚ ਕਾਫੀ ਊਰਜਾ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਆਮ ਹਾਲਾਤਾਂ ਵਿੱਚ ਸੰਭਵ ਨਹੀਂ ਹੈ। ਤਾਂ ਕਾਰਬਨ ਆਪਣੇ ਦੂਜੇ ਪਰਮਾਣੂਆਂ ਅਤੇ ਦੂਜੇ ਤੱਤਾਂ ਦੇ ਪਰਮਾਣੂਆਂ ਦੇ ਸੰਯੋਜਕ ਇਲੈਕਟ੍ਰੋਨ ਨੂੰ ਸਾਂਝਾ ਕਰਦਾ ਹੈ। ਤਾਂ ਇਸ ਤਰ੍ਹਾਂ ਕਾਰਬਨ ਬਹੁਤ ਸਾਰੇ ਅਣੂਆਂ ਅਤੇ ਯੌਗਿਕਾਂ ਦੀ ਉਤਪਤੀ ਨੂੰ ਜਨਮ ਦਿੰਦਾ ਹੈ। ਤਾਂ ਆਓ ਕਾਰਬਨ ਦੇ ਹੀ ਇੱਕ ਯੌਗਿਕ ਮੀਥੇਨ ਵੱਲ ਧਿਆਨ ਕਰਦੇ ਹਾਂ। ਮੀਥੇਨ ਦੀ ਵਧੇਰੇ ਕਰਕੇ ਵਰਤੋਂ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਬਾਇਓਗੈਸ ਅਤੇ ਨਪੀੜਿਤ ਪ੍ਰਕਿਰਤਿਕ ਗੈਸ CNG ਦਾ ਮੁੱਖ ਅੰਗ ਹੈ। ਮੀਥੇਨ ਦਾ ਸੂਤਰ CH4 ਹੈ। ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਹੜੇ ਕਾਰਕ ਹਨ ਜਿਨ੍ਹਾਂ ਤਹਿਤ ਸਹਿ ਸੰਯੋਜਕ ਬੰਧਨ ਦੀ ਪ੍ਰਕਿਰਤੀ ਕਾਰਨ ਕਾਰਬਨ ਇੱਕ ਵੱਡੀ ਸੰਖਿਆ ਵਿੱਚ ਯੌਗਿਕ ਬਣਾਉਣ ਦੇ ਸਮਰੱਥ ਹੈ। ਪਹਿਲਾ ਕਾਰਨ ਹੈ ਬੱਚਿਓ ਕੈਟੀਨੇਸ਼ਨ, ਭਾਵ ਲੜੀ ਬੰਧਨ। ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਵਿਚਿੱਤਰ ਸਮਰੱਥਾ ਹੈ, ਜਿਸ ਨਾਲ ਵੱਡੀ ਸੰਖਿਆ ਵਿੱਚ ਅਣੂ ਬਣਦੇ ਹਨ। ਇਸ ਗੁਣ ਨੂੰ ਲੜੀ ਬੰਧਨ ਆਖਦੇ ਹਨ। ਇਹਨਾਂ ਯੌਗਿਕਾਂ ਵਿੱਚ ਕਾਰਬਨ ਦੀਆਂ ਲੌਂਗ ਸਟ੍ਰੇਟ ਚੇਨਸ ਭਾਵ ਲੰਬੀਆਂ ਲੜੀਆਂ, ਬ੍ਰਾਂਚਡ ਚੇਨਸ ਭਾਵ ਭਿੰਨ ਸ਼ਾਖਿਤ ਲੜੀਆਂ ਅਤੇ ਕਲੋਜ਼ਡ ਚੇਨ ਆਫ ਕਾਰਬਨ ਐਟਮਸ ਭਾਵ ਬੰਦ ਲੜੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਕਾਰਬਨ ਦੇ ਪਰਮਾਣੂ ਇਕਹਿਰੇ, ਦੂਰੇ ਅਤੇ ਤੀਰੇ ਬੰਧਨਾਂ ਵਿੱਚ ਵੀ ਜੁੜੇ ਹੋ ਸਕਦੇ ਹਨ।
ਕਾਰਬਨ ਪਰਮਾਣੂਆਂ ਵਿੱਚ ਕੇਵਲ ਇਕਹਿਰੇ ਬੰਧਨ ਨਾਲ ਜੁੜੇ ਕਾਰਬਨ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਭਾਵ ਸੈਚੂਰੇਟਡ ਕੰਪਾਊਂਡਸ ਕਹਿੰਦੇ ਹਨ, ਜਦ ਕਿ ਕਾਰਬਨ ਪਰਮਾਣੂਆਂ ਵਿਚਕਾਰ ਦੋਹਰੇ ਜਾਂ ਤੀਹਰੇ ਬੰਧਨ ਵਾਲੇ ਕਾਰਬਨ ਦੇ ਯੌਗਿਕਾਂ ਨੂੰ ਅਸੰਤ੍ਰਿਪਤ ਭਾਵ ਅਨਸੈਚੂਰੇਟਡ ਕੰਪਾਊਂਡਸ ਕਹਿੰਦੇ ਹਨ। ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਕਲੋਰੀਨ ਅਤੇ ਬਹੁਤ ਸਾਰੇ ਤੱਤਾਂ ਨਾਲ ਕਾਰਬਨ ਦੇ ਯੌਗਿਕ ਬਣਦੇ ਹਨ। ਕਿਉਂਕਿ ਕਾਰਬਨ ਦਾ ਪਰਮਾਣੂ ਆਕਾਰ ਬਹੁਤ ਛੋਟਾ ਹੈ, ਜੋ ਕਿ ਲਗਭਗ 170 ਪੀਕੋਮੀਟਰ ਹੈ, ਇਸ ਲਈ ਵਧੇਰੇ ਕਰਕੇ ਤੱਤਾਂ ਦੇ ਨਾਲ ਕਾਰਬਨ ਦੁਆਰਾ ਬਣਾਏ ਗਏ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ, ਜਿਸ ਦੇ ਫਲਸਰੂਪ ਇਹ ਯੌਗਿਕ ਬਹੁਤ ਸਥਾਈ ਹੁੰਦੇ ਹਨ। ਇਸ ਦੇ ਕਾਰਨ ਇਲੈਕਟ੍ਰੋਨ ਦੇ ਸਾਂਝੇ ਕੀਤੇ ਜੋੜਿਆਂ ਨੂੰ ਨਿਊਕਲੀਅਸ ਮਜ਼ਬੂਤੀ ਨਾਲ ਪਕੜ ਕੇ ਰੱਖਦਾ ਹੈ। ਕਾਰਬਨ ਹਾਈਡਰੋਜਨ ਨਾਲ ਕਿਰਿਆ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਯੌਗਿਕਾਂ ਦਾ ਨਿਰਮਾਣ ਕਰਦਾ ਹੈ, ਜਿਨ੍ਹਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਨ। ਉਦਾਹਰਨ ਦੇ ਤੌਰ ਤੇ ਇਹਨਾਂ ਹਾਈਡਰੋਕਾਰਬਨਸ ਨੂੰ ਅਲਕੇਨ, ਅਲਕੀਨ ਅਤੇ ਅਲਕਾਈਨ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਜੇਕਰ ਕਾਰਬਨ ਦੇ ਇਹਨਾਂ ਯੌਗਿਕਾਂ ਵਿੱਚ ਕਾਰਬਨ ਦੇ ਪਰਮਾਣੂ ਇਕਹਿਰੇ ਬੰਧਨ ਨਾਲ ਜੁੜੇ ਹੋਣ ਤਾਂ ਉਹਨਾਂ ਨੂੰ ਸੰਤ੍ਰਿਪਤ ਹਾਈਡਰੋਕਾਰਬਨ, ਅਤੇ ਜੇਕਰ ਇਹ ਕਾਰਬਨ ਪਰਮਾਣੂ ਦੋਹਰੇ ਜਾਂ ਤੀਹਰੇ ਬੰਧਨ ਨਾਲ ਜੁੜੇ ਹੋਣ ਤਾਂ ਇਹਨਾਂ ਨੂੰ ਅਸੰਤ੍ਰਿਪਤ ਹਾਈਡਰੋਕਾਰਬਨ ਕਿਹਾ ਜਾਂਦਾ ਹੈ। ਕਾਰਬਨ ਯੌਗਿਕਾਂ ਦੇ ਨਾਮਕਰਨ ਉੱਪਰ ਚਰਚਾ ਕਰਦੇ ਹਾਂ। ਤਾਂ ਪਿਆਰੇ ਬੱਚੋ, ਕਿਸੇ ਯੌਗਿਕ ਦਾ ਨਾਂ ਕਾਰਬਨ ਲੜੀ ਵਿੱਚ ਵਿਸ਼ੇਸ਼ ਬੰਧਨਾਂ ਦੁਆਰਾ ਪ੍ਰੀਫਿਕਸ, ਵਰਡ ਰੂਟ, ਪ੍ਰਾਇਮਰੀ ਸਫਿਕਸ ਅਤੇ ਸੈਕੰਡਰੀ ਸਫਿਕਸ ਦੇ ਆਧਾਰ ਤੇ ਕੀਤਾ ਜਾਂਦਾ ਹੈ। ਪ੍ਰੀਫਿਕਸ ਅਤੇ ਸੈਕੰਡਰੀ ਸਫਿਕਸ ਕਾਰਬਨ ਲੜੀ ਵਿੱਚ ਮੌਜੂਦ ਕਿਸੇ ਕਿਰਿਆਤਮਕ ਸਮੂਹ ਨੂੰ ਦਰਸਾਉਂਦੇ ਹਨ, ਜਦ ਕਿ ਵਰਡ ਰੂਟ ਕਿਸੇ ਯੌਗਿਕ ਵਿੱਚ ਮੌਜੂਦ ਕਾਰਬਨ ਪਰਮਾਣੂਆਂ ਦੀ ਸੰਖਿਆ ਅਤੇ ਪ੍ਰਾਇਮਰੀ ਸਫਿਕਸ ਕਾਰਬਨ ਪਰਮਾਣੂਆਂ ਵਿੱਚ ਸਹਿ ਸੰਯੋਜਕ ਬੰਧਨਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਕਾਰਬਨ ਇਕਹਿਰੇ ਬੰਧਨ ਦੁਆਰਾ ਜੁੜੇ ਹੋਣ ਤਾਂ ਪ੍ਰਾਇਮਰੀ ਸਫਿਕਸ ਏਨ, ਅਤੇ ਇਸੇ ਪ੍ਰਕਾਰ ਜੇਕਰ ਕਾਰਬਨ ਦੇ ਪਰਮਾਣੂਆਂ ਵਿਚਕਾਰ ਦੋਹਰਾ ਜਾਂ ਤੀਹਰਾ ਬੰਧਨ ਹੋਵੇ ਤਾਂ ਪ੍ਰਾਇਮਰੀ ਸਫਿਕਸ ਕ੍ਰਮਵਾਰ ਈਨ ਅਤੇ ਆਇਨ ਹੁੰਦਾ ਹੈ। ਇਸੇ ਪ੍ਰਕਾਰ ਵਰਡ ਰੂਟ ਕਿਸੇ ਯੌਗਿਕ ਵਿੱਚ ਮੌਜੂਦ ਕਾਰਬਨ ਪਰਮਾਣੂਆਂ ਦੀ ਗਿਣਤੀ ਉੱਪਰ ਨਿਰਭਰ ਕਰਦਾ ਹੈ। ਵਧੇਰੇ ਜਾਣਕਾਰੀ ਲਈ ਤੁਹਾਡੇ ਸਾਹਮਣੇ ਇੱਕ ਸਾਰਣੀ ਦਿਖਾਈ ਜਾ ਰਹੀ ਹੈ। ਤਾਂ ਜੇਕਰ ਕਾਰਬਨ ਲੜੀ ਵਿੱਚ ਕਾਰਬਨ ਦੀ ਸੰਖਿਆ ਕੇਵਲ 1 ਹੈ ਤਾਂ ਵਰਡ ਰੂਟ ਮਿਥ ਦੀ ਵਰਤੋਂ ਹੁੰਦੀ ਹੈ। ਇਸੇ ਪ੍ਰਕਾਰ ਕਾਰਬਨ ਸੰਖਿਆ 2 ਹੋਣ ਤੇ ਇਥ, 3 ਲਈ ਪ੍ਰੋਪ, ਕਾਰਬਨ ਸੰਖਿਆ 4 ਲਈ ਬਿਊਟ, 5 ਲਈ ਪੈਂਟ ਅਤੇ ਕਾਰਬਨ ਸੰਖਿਆ 6 ਲਈ ਵਰਡ ਰੂਟ ਹੈਕਸ ਦੀ ਵਰਤੋਂ ਹੁੰਦੀ ਹੈ। ਆਓ ਕਾਰਬਨ ਯੌਗਿਕਾਂ ਦਾ ਨਾਮਕਰਨ ਕਿਸ ਵਿਧੀ ਤਹਿਤ ਕੀਤਾ ਜਾਂਦਾ ਹੈ ਉਸ ਉੱਪਰ ਇੱਕ ਝਾਤ ਮਾਰਦੇ ਹਾਂ। ਸਭ ਤੋਂ ਪਹਿਲਾਂ ਯੌਗਿਕ ਵਿੱਚ ਕਾਰਬਨ ਪਰਮਾਣੂ ਦੀ ਸੰਖਿਆ ਪਤਾ ਕਰੋ। ਉਦਾਹਰਨ ਦੇ ਤੌਰ ਤੇ 3 ਕਾਰਬਨ ਪਰਮਾਣੂਆਂ ਵਾਲੇ ਅਲਕੇਨ ਯੌਗਿਕ ਲਈ ਵਰਡ ਰੂਟ ਪ੍ਰੋਪ ਅਤੇ ਅਲਕੇਨ ਲਈ ਪ੍ਰਾਇਮਰੀ ਸਫਿਕਸ ਏਨ ਹੋਣ ਕਰਕੇ ਇਸ ਦਾ ਨਾਮ ਪ੍ਰੋਪੇਨ ਹੋਵੇਗਾ। ਸਭ ਤੋਂ ਪਹਿਲਾਂ ਹਾਈਡਰੋਕਾਰਬਨ ਦੇ ਨਾਮਕਰਨ ਸੰਬੰਧੀ ਜਾਣਦੇ ਹਾਂ। ਤਾਂ ਪਿਆਰੇ ਬੱਚੋ, ਅਲਕੇਨ ਨੂੰ ਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਇਸ ਦਾ ਸਧਾਰਨ ਫਾਰਮੂਲਾ CnH2n+2 ਹੈ। C ਕਾਰਬਨ ਅਤੇ H ਹਾਈਡਰੋਜਨ ਦੇ ਚਿੰਨ੍ਹ ਨੂੰ ਦਰਸਾਉਂਦਾ ਹੈ, ਜਦ ਕਿ N ਇੱਕ ਪ੍ਰਾਕਿਰਤਿਕ ਸੰਖਿਆ ਹੈ ਜਿਸ ਦਾ ਮਾਨ 1, 2, 3, 4, 5 ਆਦਿ ਕੁਝ ਵੀ ਹੋ ਸਕਦਾ ਹੈ। ਅਲਕੇਨ ਸੰਤ੍ਰਿਪਤ ਹਾਈਡਰੋਕਾਰਬਨ ਹੈ ਜਿਸ ਦਾ ਸਧਾਰਨ ਸੂਤਰ CnH2n+2 ਹੈ। ਮੀਥੇਨ ਜੋ ਕਿ ਇੱਕ ਸੰਤ੍ਰਿਪਤ ਹਾਈਡਰੋਕਾਰਬਨ ਦੀ ਉਦਾਹਰਨ ਹੈ। ਤਾਂ ਜੇਕਰ ਪਿਆਰੇ ਬੱਚੋ ਆਪਾਂ ਮੀਥੇਨ ਦਾ ਫਾਰਮੂਲਾ ਬਣਾਉਣਾ ਚਾਹੀਏ ਤਾਂ ਇਸ ਸੰਤ੍ਰਿਪਤ ਹਾਈਡਰੋਕਾਰਬਨ ਦੇ ਫਾਰਮੂਲੇ ਵਿੱਚ N ਦੀ ਕੀਮਤ, ਕਿਉਂਕਿ ਮਿਥ ਵਰਡ ਰੂਟ ਮਿਥ ਹੈ ਤਾਂ ਮਿਥ ਲਈ N ਦੀ ਕੀਮਤ 1 ਹੋਵੇਗੀ। ਤਾਂ N ਦੀ ਕੀਮਤ 1 ਇਸ ਫਾਰਮੂਲੇ ਵਿੱਚ ਭਰਨ ਤੇ ਸਾਨੂੰ ਜੋ ਫਾਰਮੂਲਾ ਪ੍ਰਾਪਤ ਹੁੰਦਾ ਹੈ C1
ਹਾਈਡਰੋਜਨ ਦੀ ਸੰਖਿਆ 2 ਗੁਣਾ 1 ਤਾਂ 2 ਗੁਣਾ 1 प्लस 2 बच्चों तो साढ़े कोले C1 हाइड्रोजन की संख्या 2 गुणा 1 2 प्लस 2 तो साढ़े कोले सूत्र CH4 प्राप्त होगा। हुण असीं जानते हाँ कि कार्बन की संयोजकता 4 है तो असीं इसके 4 इलैक्ट्रॉन 1 2 3 4 इलैक्ट्रॉन दर्शाए हुए आ जो कि दूजे शैल को रिप्रजेंट करते हैं। इस तरह हाइड्रोजन की परमाणु संख्या 1 है तो बच्चों हाइड्रोजन के बाहरी शैल के विच 1 इलैक्ट्रॉन दर्शाया होया तो मीथेन की रचना के विच कार्बन के 4 इलैक्ट्रॉन ਅਤੇ हाइड्रोजन के 4 परमाणुओं का एक इलैक्ट्रॉन आपस ਦੇ ਵਿੱਚ ਸਹਿ ਸੰਯੋਜਕ ਬੰਧਨਾਂ ਦੇ ਤਹਿਤ मीथेन की रचना करते हैं। तो ये बच्चों कार्बन के ਜਿਹੜੇ 4 इलैक्ट्रॉन आ ਉਹ हाइड्रोजन परमाणु के एक इलैक्ट्रॉन के नाल सह संयोजक बंधना के तहत सांझ पैदा करके मीथेन की रचना करते हैं। इस तरह प्यारे बच्चों जे असीं अल्केन लड़ी के तहत अगले हाइड्रोकार्बन की गल करिए जां ब्यूटेन की गल करिए तो क्योंकि वर्ड रूट बच्चों ब्यूट है, ब्यूट का मतलब कार्बन संख्या साडे कोले 4 होगी, प्राइमरी सफिक्स एन है तो इस फार्मूले के तहत एन की कीमत आप 4 भरांगे तो एन की कीमत 4 भरन ते C4 हाइड्रोजन दे विच एन की कीमत 4 भरन ते 2 गुणा 4 प्लस 2 तो साडे कोले जो सूत्र है वो C4H10 प्राप्त होगा। तो ब्यूटेन की बच्चों जी आप स्ट्रक्चरल फार्मूला लिखने वास्ते सब तो पहला आप 4 कार्बन परमाणु लिखते हैं। उन्हों की बच्चों 4 कार्बन परमाणुओं के 4 जो इलैक्ट्रॉन है संयोजक इलैक्ट्रॉन आ वो आप इदा दर्शा लेंगे कि ये साढ़े को 4 इलैक्ट्रॉन दर्शाए हुए आ। उस तो बाद बच्चों हर एक कार्बन का जो परमाणु है उन्हें 4 सह संयोजक बंधन बनाने आ तो हर एक कार्बन का परमाणु ब्यूटेन के 3 जिवें पहला बच्चों पहला कार्बन आ तो ये 3 इलैक्ट्रॉन तो हाइड्रोजन के नाल शेयर कर रहा, चौथा इलैक्ट्रॉन एक कार्बन के नाल शेयर कर रहा तो यदि जिहड़ी संयोजक 4 इलैक्ट्रॉन आ वो 3 हाइड्रोजन के नाल ते चौथा अकैरे बंधन के तहत अगले कार्बन के नाल सांझ पैदा कर रहा है। तो इस तरह बच्चों तुसी सारे कार्बन की संयोजकता देख सकते हो कि जिद्दां आपां 2 नंबर कार्बन की संयोजकता वाल देखते हैं तो बच्चों देखो एक इलैक्ट्रॉन इधरों हाइड्रोजन नाल, दूजा इलैक्ट्रॉन इधरों कार्बन नाल, तीजा इलैक्ट्रॉन इधरों हाइड्रोजन नाल ते चौथा इलैक्ट्रॉन इधरों कार्बन दे नाल संयोजक होके 4 सह संयोजक बंधनां दा निर्माण कर रहा है। तो इस तरह बच्चों अगला कार्बन अते लास्ट कार्बन है जिहड़ा उहदे विच साडे कोले एक्सट्रीम पोजीशन ते हाइड्रोजन आ जाना तो साडे कोले जो ब्यूटेन का स्ट्रक्चर फार्मूला है वो बन गया CH3 CH2 CH2 और CH3। तो ये बच्चों साडे कोले सह संयोजक बंधन के तहत किस तरह असी संतृप्त हाइड्रोकार्बन नूं लिख सकते हैं असी उहदे बारे चर्चा। प्यारे बच्चों आओ हुण असंतृप्त हाइड्रोकार्बनस तहत अल्कीन अते अल्काइन बारे जानने की कोशिश करते हाँ। अल्कीन विच कार्बन लड़ी विच कोई 2 कार्बन परमाणुओं विच एक दूरा बंधन हुंदा है। अल्कीन का जर्नल फार्मूला CnH2n है जद कि अल्काइन 2 कार्बन परमाणुओं विच 13 बंधन होना लाजमी है। इस प्रकार जेकर कार्बन लड़ी असंतृप्त है तो कार्बन लड़ी के नाम विच अंतले एन की थां ईन स्थापित किया जाता है। उदाहरण के तौर पर दोहरे बंधन वाली 3 कार्बन की लड़ी नूं प्रोपीन अते जेकर इस विच बंधन तीरा होवे तां इस नूं प्रोपाइन आख्या जाता है। आओ कार्बन के 3 परमाणु तहत अल्काइन का फार्मूला अते स्ट्रक्चर ते डिस्कस करते हैं। तो प्यारे बच्चों दिते फार्मूले विच एन की कीमत 3 भरन ते C3H 2 गुणा 3 यानी 6 अते 2 घटाउण ते सानू C3H4 प्राप्त होंदा है। क्योंकि कार्बन संख्या 3 है तो वर्ड रूट प्रॉप अते कार्बन परमाणु विचकार तेरे बंधन की सांझ कारण प्राइमरी सफिक्स आइन है। इस तो इलावा बच्चों असी ये गल स्पष्ट करते हाँ कि लड़ी तहत जिस पासे तो कार्बन दूसरे कार्बन नाल तेरे बंधन नाल जुड़िया है उस कार्बन नूं पहला स्थान अते उस तो अगले कार्बन नूं क्रमवार दूजा अते तीजा स्थान दिता जाएगा। तो 3 कार्बन की अल्काइन लड़ी विच वर्ड रूट प्रॉप अते प्राइमरी सफिक्स की पोजीशन 1 अते फिर
ਪ੍ਰਾਇਮਰੀ ਸਫਿਕਸ ਆਇਨ ਦੇ ਨਾਲ ਯੌਗਿਕ ਦਾ ਨਾਂ ਪ੍ਰੋਪ 1 ਆਇਨ ਹੋਵੇਗਾ। ਇਸੇ ਪ੍ਰਕਾਰ ਬੱਚਿਓ ਕਾਰਬਨ ਸੰਖਿਆ 4 ਹੋਣ ਤੇ ਵਰਡ ਰੂਟ ਬਿਊਟ 13 ਬੰਧਨ ਕਿਸ ਸਥਿਤੀ ਤੇ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਸੱਜੇ ਪਾਸੇ ਤੋਂ ਦੂਸਰੇ ਸਥਾਨ ਤੇ ਹੈ, ਤਾਂ ਪ੍ਰਾਇਮਰੀ ਸਫਿਕਸ ਤੀਹਰੇ ਬੰਧਨ ਦੀ ਪੁਸ਼ਟੀ ਤੇ ਆਇਨ ਹੋਵੇਗਾ। ਤਾਂ ਫਿਰ ਬਿਊਟ 2 ਆਇਨ ਦੀ ਸਟਰਕਚਰ ਨੂੰ ਤੁਹਾਡੇ ਸਾਹਮਣੇ ਦਰਸਾਇਆ ਗਿਆ ਹੈ। ਪਿਆਰੇ ਬੱਚਿਓ ਕਾਰਬਨ ਹਾਈਡਰੋਜਨ ਤੋਂ ਬਿਨਾਂ ਦੂਜੇ ਤੱਤਾਂ ਜਿਵੇਂ ਕਿ ਹੈਲੋਜਨ, ਆਕਸੀਜਨ, ਨਾਈਟ੍ਰੋਜਨ ਅਤੇ ਸਲਫਰ ਨਾਲ ਵੀ ਬੰਧਨ ਬਣਾਉਂਦੀ ਹੈ। ਹਾਈਡਰੋਕਾਰਬਨ ਲੜੀ ਵਿੱਚ ਇਹ ਤੱਤ ਇੱਕ ਜਾਂ ਵੱਧ ਹਾਈਡਰੋਜਨ ਨੂੰ ਇਸ ਪ੍ਰਕਾਰ ਵਿਸਥਾਪਿਤ ਕਰਦੇ ਹਨ ਕਿ ਕਾਰਬਨ ਦੀ ਸੰਯੋਜਕਤਾ ਪੂਰੀ ਰਹਿੰਦੀ ਹੈ ਅਤੇ ਅਜਿਹੇ ਯੌਗਿਕਾਂ ਵਿੱਚ ਹਾਈਡਰੋਜਨ ਨੂੰ ਵਿਸਥਾਪਿਤ ਕਰਨ ਵਾਲੇ ਤੱਤਾਂ ਨੂੰ ਵਿਖਮ ਪਰਮਾਣੂ ਕਿਹਾ ਜਾਂਦਾ ਹੈ। ਇਹ ਵਿਖਮ ਪਰਮਾਣੂ ਕੁਝ ਵਿਸ਼ੇਸ਼ ਤਰ੍ਹਾਂ ਜੁੜੇ ਸਮੂਹਾਂ ਵਿੱਚ ਵੀ ਮੌਜੂਦ ਹੁੰਦੇ ਹਨ, ਜਿਵੇਂ ਕਿ ਆਪਣੀ ਬੁੱਕ ਵਿੱਚ ਸਾਰਣੀ 4.3 ਵਿੱਚ ਦਰਸਾਇਆ ਗਿਆ ਹੈ। ਇਹ ਵਿਖਮ ਪਰਮਾਣੂ ਅਤੇ ਇਹਨਾਂ ਦੇ ਸਮੂਹ ਜਿਨ੍ਹਾਂ ਯੌਗਿਕਾਂ ਵਿੱਚ ਉਪਸਥਿਤ ਹੁੰਦੇ ਹਨ ਉਹਨਾਂ ਨੂੰ ਵਿਸ਼ੇਸ਼ ਗੁਣ ਪ੍ਰਦਾਨ ਕਰਦੇ ਹਨ। ਇਹ ਗੁਣ ਕਾਰਬਨ ਲੜੀ ਦੀ ਲੰਬਾਈ ਅਤੇ ਪ੍ਰਕਿਰਤੀ ਤੇ ਨਿਰਭਰ ਨਹੀਂ ਹੁੰਦੇ, ਜਿਸ ਦੇ ਫਲਸਰੂਪ ਇਹ ਕਿਰਿਆਤਮਕ ਸਮੂਹ ਜਾਂ ਫੰਕਸ਼ਨਲ ਗਰੁੱਪ ਅਖਵਾਉਂਦੇ ਹਨ। ਤਾਂ ਸਾਰਣੀ 4.3 ਤੋਂ ਤੁਸੀਂ ਇਹਨਾਂ ਕਿਰਿਆਤਮਕ ਸਮੂਹਾਂ ਦੀ ਸਾਰਣੀ ਨੂੰ ਆਪਣੀ ਸਾਇੰਸ ਦੀ ਕਾਪੀ ਉੱਪਰ ਨੋਟ ਕਰੋਗੇ। ਆਓ ਹੁਣ ਕਾਰਬਨ ਯੌਗਿਕਾਂ ਦੇ ਨਾਮਕਰਨ ਵਿੱਚ ਕਿਰਿਆਤਮਕ ਸਮੂਹ ਦੀ ਮਹੱਤਤਾ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਦਿੱਤੇ ਯੌਗਿਕ ਵਿੱਚ ਕਿਰਿਆਤਮਕ ਸਮੂਹ ਮੌਜੂਦ ਹੋਵੇ ਤਾਂ ਉਸ ਨੂੰ ਅਗੇਤਰ ਜਾਂ ਪਿਛੇਤਰ ਨਾਲ ਯੌਗਿਕ ਦੇ ਨਾਂ ਵਿੱਚ ਦਰਸਾਇਆ ਜਾਂਦਾ ਹੈ। ਜੇਕਰ ਕਿਰਿਆਤਮਕ ਸਮੂਹ ਦਾ ਨਾਂ ਪਿਛੇਤਰ ਦੇ ਆਧਾਰ ਤੇ ਦਿੱਤਾ ਜਾਣਾ ਹੋਵੇ ਤਾਂ ਕਾਰਬਨ ਲੜੀ ਦੇ ਅੰਗਰੇਜ਼ੀ ਨਾਂ ਦੀ ਆਖਰੀ ਈ ਹਟਾ ਕੇ ਉਸ ਵਿੱਚ ਸਹੀ ਪਿਛੇਤਰ ਲਗਾ ਕੇ ਸੰਸ਼ੋਧਿਤ ਕਰ ਲੈਂਦੇ ਹਨ। ਉਦਾਹਰਨ ਵਜੋਂ ਕੀਟਨ ਸਮੂਹ ਦੀਆਂ 3 ਕਾਰਬਨਾਂ ਵਾਲੀ ਲੜੀ ਨੂੰ ਨਾਂ ਹੇਠ ਲਿਖੀ ਵਿਧੀ ਰਾਹੀਂ ਦਿੱਤਾ ਜਾਵੇਗਾ। ਕਿਉਂਕਿ ਕਾਰਬਨ ਸੰਖਿਆ 3 ਹੈ ਤਾਂ ਵਰਡ ਰੂਟ ਪ੍ਰੋਪ, ਕਾਰਬਨ ਲੜੀ ਸੰਤ੍ਰਿਪਤ ਹੈ ਤਾਂ ਪ੍ਰਾਇਮਰੀ ਸਫਿਕਸ ਏਨ ਅਤੇ ਕੀਟੋਨ ਫੰਕਸ਼ਨਲ ਗਰੁੱਪ ਦਾ ਸੈਕੰਡਰੀ ਸਫਿਕਸ ਓਨ ਨੂੰ ਪ੍ਰੋਪੇਨ ਦੀ ਲਾਸਟ ਈ ਨੂੰ ਹਟਾ ਕੇ ਯੌਗਿਕ ਦਾ ਨਾਂ ਪ੍ਰੋਪੇਨੋਨ ਹੋਵੇਗਾ। ਜੋ ਕਿਰਿਆਤਮਕ ਸਮੂਹ ਦੀ ਲੜੀ ਤਹਿਤ ਅਲਕੋਹਲ ਦੇ ਉੱਪਰ ਚਰਚਾ ਕਰਦੇ ਹਾਂ ਤਾਂ ਅਲਕੋਹਲ ਵਾਸਤੇ ਬੱਚੋ ਦਿੱਤੀ ਹੋਈ ਹਾਈਡਰੋਕਾਰਬਨ ਚੇਨ ਦੇ ਵਿੱਚੋਂ ਇੱਕ H ਦੀ ਰਿਪਲੇਸਮੈਂਟ ਹੋ ਜਾਂਦੀ ਆ OH ਦੇ ਨਾਲ। ਕਿਉਂਕਿ ਅਲਕੋਹਲ ਇੱਕ ਸੈਕੰਡਰੀ ਸਫਿਕਸ ਹੈ ਤਾਂ ਇਹਦੇ ਵਾਸਤੇ ਜਿਹੜਾ ਬੱਚੋ ਪ੍ਰਾਇਮਰੀ ਸਫਿਕਸ ਤੋਂ ਬਾਅਦ OL ਲਾਸਟ E ਹੈ ਜਿਹੜੀ ਉਹਨੂੰ OL ਦੇ ਨਾਲ ਆਪਾਂ ਰਿਪਲੇਸ ਕਰ ਦਾਂਗੇ ਜਾਂ ਲਾਸਟ ਦੇ ਵਿੱਚ OL ਸ਼ਬਦ ਹੈ ਜਿਹੜਾ ਉਹ ਵਰਤਿਆ ਜਾਵੇਗਾ। ਤਾਂ ਬੱਚੋ ਹਾਈਡਰੋਕਾਰਬਨ 3 ਕਾਰਬਨ ਦੀ ਲੜੀ ਸਾਨੂੰ ਦਿੱਤੀ ਹੋਈ ਆ। ਇਸ 3 ਕਾਰਬਨ ਦੀ ਲੜੀ ਦਾ ਬਾਅਦ ਬੱਚੋ ਸਾਡੇ ਕੋਲੇ ਜਿਹੜਾ ਵਰਡ ਰੂਟ ਆ ਉਹ ਹੋਏਗਾ ਪ੍ਰੋਪ, ਕਿਉਂਕਿ ਸਾਰੇ ਕਾਰਬਨ ਗਹਿਰੇ ਬੰਧਨ ਦੇ ਨਾਲ ਜੁੜੇ ਹੋਏ ਆ। ਇਹਦਾ ਮਤਲਬ ਇਹਦੇ ਵਿੱਚ ਪ੍ਰਾਇਮਰੀ ਸਫਿਕਸ ਆ ਜਿਹੜਾ ਉਹ ਹੋਏਗਾ ਏਨ, ਤਾਂ ਪ੍ਰੋਪੇਨ ਬਣ ਗਿਆ ਸਾਡੇ ਕੋਲੇ। ਤੇ ਲਾਸਟ ਦੇ ਵਿੱਚ ਬੱਚੋ ਸਾਡੇ ਕੋਲੇ ਪਹਿਲੀ ਪੋਜੀਸ਼ਨ ਦੇ ਉੱਤੇ OH ਗਰੁੱਪ ਲੱਗਿਆ ਹੋਇਆ, ਜਿਹਦੇ ਕਰਕੇ ਲਾਸਟ ਜਿਹੜਾ ਸਾਡੇ ਕੋਲੇ ਸੈਕੰਡਰੀ ਸਫਿਕਸ ਹੈ ਉਹ ਓਲ ਦੀ ਆਵਾਜ਼, ਊੜਾ ਲੱਲਾ ਓਲ ਦੀ ਆਵਾਜ਼ ਆਏਗੀ। ਤਾਂ ਇਹਦਾ ਮਤਲਬ ਬੱਚੋ ਸਾਡੇ ਕੋਲੇ ਕੀ ਬਣ ਗਿਆ, ਪ੍ਰੋਪ, ਕਾਰਬਨ ਕਾਰਬਨ ਗਹਿਰੇ ਬੰਧਨ ਕਰਕੇ ਏਨ ਤੇ ਲਾਸਟ ਦੇ ਵਿੱਚ ਓਲ ਸਾਊਂਡ ਦਾ ਪ੍ਰੋਪੇਨੋਨ। ਅਗਲਾ ਕੰਪਾਊਂਡ ਬੱਚੋ ਸਾਨੂੰ ਦਿੱਤਾ ਹੋਇਆ ਉਹਦੇ ਵਿੱਚ ਦੇਖੋ ਸਾਡੇ ਕੋਲੇ 3 ਕਾਰਬਨ ਦੀ ਲੜੀ ਦਿੱਤੀ ਹੋਈ ਹੈ। ਦੂਜੇ ਤੇ ਤੀਜੇ ਕਾਰਬਨ ਦੇ ਵਿੱਚ ਇੱਕ ਦੋਹਰਾ ਬੰਧਨ ਹੈ। ਪਹਿਲੀ ਪੋਜੀਸ਼ਨ ਤੇ ਸਾਡੇ ਕੋਲੇ ਬੱਚੋ ਕੀ ਆ ਕਿ OH ਗਰੁੱਪ ਲੱਗਿਆ ਹੋਇਆ। ਹੁਣ ਅਸੀਂ ਇਹਦੀ ਕਾਊਂਟਿੰਗ ਕਿਹੜੇ ਪਾਸਿਓਂ ਕਰਦੇ ਆ, ਇੱਥੇ ਸਾਡੇ ਕੋਲੇ ਪ੍ਰਾਇਮਰੀ ਸਫਿਕਸ ਵੀ ਆ ਤੇ ਸੈਕੰਡਰੀ ਸਫਿਕਸ ਵੀ ਆ। ਹੁਣ ਅਸੀਂ ਬੱਚੋ ਪ੍ਰਾਇਮਰੀ ਸਫਿਕਸ ਤੇ ਸੈਕੰਡਰੀ ਸਫਿਕਸ ਦੇ ਵਿੱਚੋਂ ਜਿਹੜੀ ਪਹਿਲ ਦੇਣੀ ਹੁੰਦੀ ਆ ਉਹ ਅਸੀਂ ਫੰਕਸ਼ਨਲ ਗਰੁੱਪ ਨੂੰ ਯਾਨੀ ਕਿ ਕਿਰਿਆਤਮਕ ਸਮੂਹ ਨੂੰ ਦੇਣੀ ਹੁੰਦੀ ਆ। ਤਾਂ ਅਸੀਂ ਸਭ ਤੋਂ ਪਹਿਲਾਂ ਬੱਚੋ OH ਦੇਖਾਂਗੇ ਕਿ ਕਿਹੜੀ ਪੋਜੀਸ਼ਨ ਤੇ ਆ, ਉਧਰੋਂ ਅਸੀਂ ਕਾਊਂਟਿੰਗ ਆ ਜਿਹੜੀ ਉਹ ਪਹਿਲਾ ਕਾਰਬਨ ਉਧਰ ਨਿਸ਼ਚਿਤ ਕਰਾਂਗੇ। ਤਾਂ ਇਹ ਸਾਡੇ ਕੋਲੇ ਪਹਿਲਾ ਕਾਰਬਨ ਹੋ ਗਿਆ, ਦੂਜਾ ਕਾਰਬਨ, ਤੀਜਾ ਕਾਰਬਨ। 3 ਕਾਰਬਨ ਲੜੀ ਵਾਸਤੇ ਬੱਚੋ ਸਾਡੇ ਕੋਲੇ ਜਿਹੜਾ ਵਰਡ ਰੂਟ ਆ ਉਹ ਪ੍ਰੋਪ ਹੈ। ਹੁਣ ਦੂਜੇ ਨੰਬਰ ਦਾ ਜਿਹੜਾ ਕਾਰਬਨ ਆ ਤੇ ਤੀਜੇ ਨੰਬਰ ਦਾ ਕਾਰਬਨ ਯਾਨੀ ਕਿ ਦੂਜੇ ਨੰਬਰ ਵਾਸਤੇ ਬੱਚੋ ਸਾਡੇ ਕੋਲੇ ਡਬਲ ਬੌਂਡ ਆ ਰਿਹਾ, ਤਾਂ ਦੂਜੀ ਪੋਜੀਸ਼ਨ ਨੂੰ ਅਸੀਂ ਈਨ ਲਿਖਾਂਗੇ। ਤੇ ਪਹਿਲੀ ਪੋਜੀਸ਼ਨ ਤੇ ਸਾਡੇ ਕੋਲੇ OH ਗਰੁੱਪ ਯਾਨੀ ਕਿ ਅਲਕੋਹਲ ਦੀ ਰਿਪਰੈਜ਼ੈਂਟੇਸ਼ਨ ਹੋ ਰਹੀ ਆ, ਤਾਂ ਪਹਿਲੀ ਪੋਜੀਸ਼ਨ ਦੇ ਨਾਲ OL ਆਏਗਾ। ਤਾਂ ਕੰਪਲੀਟ ਜਿਹੜਾ ਬੱਚੋ ਸਾਡੇ ਕੋਲੇ ਇਹਦਾ ਨਾਮ ਆ ਗਿਆ ਉਹ ਕੀ ਆ ਗਿਆ, ਪ੍ਰੋਪ
2 ਈਨ 1 ਓਲ। ਲਾਸਟ ਦੇ ਵਿੱਚ ਸਾਡੇ ਕੋਲ ਇੱਕ ਹੋਰ ਉਦਾਹਰਨ ਦਿੱਤੀ ਹੋਈ ਆ, 5 ਕਾਰਬਨ ਦੀ ਚੇਨ ਹੈ। ਤਾਂ 5 ਕਾਰਬਨ ਦੇ ਵਿੱਚ ਬੱਚੋ ਦੇਖੋ ਕਿ ਕਿਹੜੇ ਪਾਸਿਓਂ OH ਗਰੁੱਪ ਪਹਿਲਾਂ ਆ ਰਿਹਾ। ਇਸ ਰਾਈਟ ਸਾਈਡ ਤੋਂ ਸਾਡੇ ਕੋਲੇ OH ਗਰੁੱਪ ਆ ਉਹ ਦੂਜੀ ਪੋਜੀਸ਼ਨ ਤੇ ਆ ਰਿਹਾ। ਜੇ ਅਸੀਂ ਲੈਫਟ ਸਾਈਡ ਤੋਂ ਕਾਊਂਟਿੰਗ ਸਟਾਰਟ ਕਰਦੇ ਤਾਂ OH ਗਰੁੱਪ ਤੀਜੀ ਪੋਜੀਸ਼ਨ ਤੇ ਆਉਣਾ ਸੀਗਾ। ਤਾਂ ਇਹਦਾ ਮਤਲਬ ਅਸੀਂ ਉਧਰੋਂ ਕਾਊਂਟਿੰਗ ਸਟਾਰਟ ਕਰਦੇ ਹਾਂ ਜਿੱਧਰ OH ਗਰੁੱਪ ਪਹਿਲਾ ਪੋਜੀਸ਼ਨ ਹੁੰਦਾ ਪਿਆ। ਤਾਂ ਅਸੀਂ ਰਾਈਟ ਸਾਈਡ ਤੋਂ ਬੱਚੋ ਕਾਊਂਟਿੰਗ ਸ਼ੁਰੂ ਕੀਤੀ। ਤਾਂ ਪਹਿਲਾ ਕਾਰਬਨ, ਦੂਜਾ ਕਾਰਬਨ, ਤੀਜਾ ਕਾਰਬਨ, ਚੌਥਾ ਕਾਰਬਨ ਤੇ ਪੰਜਵਾਂ ਕਾਰਬਨ। ਤਾਂ ਸਾਡੇ ਕੋਲੇ 5 ਕਾਰਬਨ ਲਈ ਵਰਡ ਰੂਟ ਹੋ ਗਿਆ ਬੱਚੋ ਪੈਂਟ। ਸਾਰੇ ਕਾਰਬਨ ਇਕਹਿਰੇ ਬੰਧਨ ਦੇ ਨਾਲ ਬੌਂਡਡ ਆ ਤਾਂ ਪ੍ਰਾਇਮਰੀ ਸਫਿਕਸ ਹੋ ਗਿਆ ਬੱਚੋ ਏਨ। ਦੂਜੀ ਪੋਜੀਸ਼ਨ ਦੇ ਉੱਤੇ OH ਗਰੁੱਪ ਲੱਗਿਆ ਹੋਇਆ ਤਾਂ ਇਹਦਾ ਮਤਲਬ ਸਾਡੇ ਕੋਲੇ ਜਿਹੜਾ ਸੈਕੰਡਰੀ ਸਫਿਕਸ ਹੈ ਉਹ ਆ ਰਿਹਾ 2 ਓਲ। ਤਾਂ ਕੰਪਲੀਟ ਨੇਮ ਹੋ ਗਿਆ ਬੱਚੋ ਸਾਡੇ ਕੋਲੇ ਪੈਂਟ ਏਨ 2 ਓਲ। ਹਾਂਜੀ ਬੱਚੋ, ਸਾਡੇ ਕੋਲੇ ਜੋ ਅਗਲਾ ਕਿਰਿਆਤਮਕ ਸਮੂਹ ਹੈ ਉਹ ਹੈ ਐਲਡੀਹਾਈਡ। ਤਾਂ ਐਲਡੀਹਾਈਡ ਦੇ ਵਿੱਚ ਹਾਈਡਰੋਕਾਰਬਨ ਚੇਨ ਦੇ ਵਿੱਚੋਂ ਇੱਕ ਹਾਈਡਰੋਜਨ ਦੀ ਰਿਪਲੇਸਮੈਂਟ ਹੋ ਜਾਂਦੀ ਹੈ ਬੱਚੋ CHO ਗਰੁੱਪ ਦੇ ਨਾਲ। ਇਹਦੇ ਵਾਸਤੇ ਜੋ ਐਲਡੀਹਾਈਡ ਵਾਸਤੇ ਸੈਕੰਡਰੀ ਸਫਿਕਸ ਵਰਤਿਆ ਜਾਂਦਾ ਉਹ ਪਿਛੇਤਰ ਦੇ ਵਿੱਚ ਸਾਡੇ ਕੋਲੇ ਅਲ ਵਰਤਿਆ ਜਾਂਦਾ ਹੈਗਾ ਬੱਚੋ, AL ਅਲ। ਤਾਂ ਸਾਡੇ ਕੋਲੇ ਬੱਚੋ ਦੇਖੋ ਪਹਿਲੀ ਐਗਜ਼ਾਮਪਲ ਦੇ ਵਿੱਚ ਸਾਡੇ ਕੋਲੇ 3 ਕਾਰਬਨ ਦੀ ਇੱਕ ਚੇਨ ਦਿੱਤੀ ਹੋਈ ਹੈ। ਤਾਂ ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜਾ ਬੱਚੋ ਐਲਡੀਹਾਈਡ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ, ਜੋ CHO ਗਰੁੱਪ ਆ ਉਹ ਇੱਕ ਐਕਸਟ੍ਰੀਮ ਐਂਡ ਤੇ ਹੁੰਦਾ, ਜਾਂ ਲੈਫਟ ਸਾਈਡ ਤੇ ਹੋਊਗਾ ਜਾਂ ਰਾਈਟ ਸਾਈਡ ਤੇ, ਜਿਹੜੀ ਵੀ ਸਾਈਡ ਤੇ ਹੋਊਗਾ ਇੱਕ ਐਕਸਟ੍ਰੀਮ ਐਂਡ ਤੇ ਹੋਊਗਾ। ਤਾਂ ਉਹ ਤੁਹਾਡੇ ਕੋਲੇ ਪਹਿਲੀ ਪੋਜੀਸ਼ਨ ਹੀ ਹਮੇਸ਼ਾ ਜਿਹੜਾ ਉਹ ਐਲਡੀਹਾਈਡ ਗਰੁੱਪ ਲੈਂਦਾ ਹੈਗਾ। ਤਾਂ ਇਹ ਤੁਹਾਡੇ ਕੋਲੇ 3 ਕਾਰਬਨ ਦੀ ਚੇਨ ਆ। 3 ਕਾਰਬਨ ਵਾਸਤੇ ਬੱਚੋ ਵਰਡ ਰੂਟ ਆ ਜਿਹੜਾ ਉਹ ਪ੍ਰੋਪ। ਕਾਰਬਨ ਕਾਰਬਨ ਸਿੰਗਲ ਬੌਂਡ ਆ ਤਾਂ ਜਿਹੜਾ ਪ੍ਰਾਇਮਰੀ ਸਫਿਕਸ ਆ ਉਹ ਏਨ। ਤੇ ਲਾਸਟ ਦੇ ਵਿੱਚ ਸਾਡੇ ਕੋਲੇ ਅਲ ਦੀ ਜਿਹੜੀ ਆਵਾਜ਼ ਆ ਉਹ ਇਸ CHO ਗਰੁੱਪ ਐਲਡੀਹਾਈਡ ਫੰਕਸ਼ਨਲ ਗਰੁੱਪ ਕਰਕੇ ਆਏਗੀ। ਤਾਂ ਬੱਚੋ ਸਾਡੇ ਕੋਲੇ ਜਿਹੜਾ ਨੇਮ ਆ ਉਹ ਕੀ ਬਣ ਰਿਹਾ, ਪ੍ਰੋਪੇਨਲ। ਇਸੇ ਤਰ੍ਹਾਂ 2 ਕਾਰਬਨ ਦੀ ਚੇਨ ਆ। 2 ਕਾਰਬਨ ਦੇ ਵਿੱਚ ਇੱਕ ਪੋਜੀਸ਼ਨ ਤੁਹਾਡੇ ਕੋਲੇ ਰਿਪਰੈਜ਼ੈਂਟ ਕਰ ਰਿਹਾ ਬੱਚੋ ਐਲਡੀਹਾਈਡ ਗਰੁੱਪ, ਦੂਜਾ ਤੁਹਾਡੇ ਕੋਲੇ CH3 ਗਰੁੱਪ ਲੱਗਿਆ ਹੋਇਆ। ਤਾਂ ਇਹਦੇ ਨਾਲ ਬੱਚੋ 2 ਕਾਰਬਨ ਆ, ਵਰਡ ਰੂਟ ਹੋ ਗਿਆ ਬੱਚੋ ਇਥ। ਕਾਰਬਨ ਕਾਰਬਨ ਇਕਹਿਰਾ ਬੰਧਨ ਆ ਤਾਂ ਪ੍ਰਾਇਮਰੀ ਸਫਿਕਸ ਹੋ ਗਿਆ ਬੱਚੋ ਏਨ। ਤੇ CHO ਗਰੁੱਪ ਕਰਕੇ ਜਿਹੜਾ ਸਾਡੇ ਕੋਲੇ ਸੈਕੰਡਰੀ ਸਫਿਕਸ ਆ ਉਹ ਹੋ ਗਿਆ ਅਲ। ਤਾਂ ਅਸੀਂ ਕੀ ਨਾਮ ਦੀ ਕੀ ਰਿਪਰੈਜ਼ੈਂਟੇਸ਼ਨ ਦਵਾਂਗੇ, ਇਥੇਨਲ। ਇਸੇ ਤਰ੍ਹਾਂ ਬੱਚੋ ਤੁਹਾਡੇ ਕੋਲੇ ਕੀ ਆ ਕਿ ਇੱਕ 4 ਕਾਰਬਨ ਦੀ ਚੇਨ ਦਿੱਤੀ ਹੋਈ ਆ। 4 ਕਾਰਬਨ ਦੇ ਵਿੱਚ ਬੱਚੋ ਕੀ ਆ, CHO ਗਰੁੱਪ ਲੱਗਿਆ ਹੋਇਆ, CH, ਕਾਰਬਨ ਕਾਰਬਨ ਦੋਹਰਾ ਬੰਧਨ, CH ਤੇ CH3। ਹਾਈਡਰੋਜਨ ਕਾਰਬਨ ਦੀ ਜਿਹੜੀ ਵੈਲੈਂਸੀ 4 ਆ ਉਹ ਇਹਨਾਂ ਬੌਂਡ ਦੇ ਦੁਆਰਾ 1 2 3 4। ਇਸੇ ਤਰ੍ਹਾਂ ਬੱਚੋ 1 2 3 4। ਇਸੇ ਤਰ੍ਹਾਂ ਅਗਲਾ 1 2 3 4 ਔਰ ਲਾਸਟ ਕਾਰਬਨ ਲਈ 1 2 3 4। ਸਾਰੇ ਕਾਰਬਨ ਦੇ 4 ਬੰਧਨ ਆ ਜਿਹੜੇ ਉਹ ਪੂਰੇ ਬਣੇ ਹੋਏ ਆ। ਇਸੇ ਤਰ੍ਹਾਂ ਬੱਚੋ ਵਰਡ ਰੂਟ ਹੁਣ ਕੀ, 4 ਕਾਰਬਨ ਲਈ ਵਰਡ ਰੂਟ ਆਉਣਾ ਸਾਡੇ ਕੋਲੇ ਬਿਊਟ। ਹੁਣ ਕਾਊਂਟਿੰਗ ਕਿਹੜੀ ਸਾਈਡ ਤੋਂ ਸਟਾਰਟ ਕਰਨੀ ਅਸੀਂ, ਲੈਫਟ ਸਾਈਡ ਤੋਂ ਕਰਨੀ ਆ ਜਾਂ ਰਾਈਟ ਸਾਈਡ ਤੋਂ। ਤਾਂ ਜਿਹੜੀ ਸਾਈਡ ਤੇ ਸਾਡੇ ਕੋਲੇ ਫੰਕਸ਼ਨਲ ਗਰੁੱਪ ਅਵੇਲੇਬਲ ਆ ਅਸੀਂ ਉਧਰੋਂ ਸ਼ੁਰੂ ਕਰਨੀ ਆ। ਰਾਈਟ ਸਾਈਡ ਤੋਂ ਕਰਾਂਗੇ। ਪਹਿਲਾ ਕਾਰਬਨ, ਦੂਜਾ ਕਾਰਬਨ, ਤੀਜਾ ਕਾਰਬਨ, ਚੌਥਾ ਕਾਰਬਨ। ਦੂਜੇ ਤੇ ਤੀਜੇ ਕਾਰਬਨ ਦੇ ਵਿੱਚ ਵਾਲੇ ਸਾਡੇ ਕੋਲੇ ਡਬਲ ਬੌਂਡ ਆ। ਇਹਦਾ ਮਤਲਬ ਦੂਜੀ ਜਿਹੜੀ ਪੋਜੀਸ਼ਨ ਆ ਉਹ 2 ਈਨ। ਤੇ ਲਾਸਟ ਦੇ ਵਿੱਚ ਸਾਡੇ ਕੋਲੇ ਜਿਹੜਾ ਬੱਚੋ ਸੈਕੰਡਰੀ ਸਫਿਕਸ ਅਸੀਂ ਰਿਪਰੈਜ਼ੈਂਟ ਕਰਨਾ, ਪਹਿਲੀ ਪੋਜੀਸ਼ਨ ਦੇ ਉੱਤੇ ਅਲ ਗਰੁੱਪ ਲੱਗਿਆ ਹੋਇਆ। ਤਾਂ ਕੰਪਲੀਟ ਜਿਹੜਾ ਸਾਡੇ ਕੋਲ ਨੇਮ ਆ 4 ਕਾਰਬਨ ਬਿਊਟ, ਸੈਕੰਡ ਪੋਜੀਸ਼ਨ ਤੇ ਈਨ ਔਰ ਪਹਿਲੀ ਪੋਜੀਸ਼ਨ ਦੇ ਉੱਤੇ ਅਲ। ਤਾਂ ਬਿਊਟ 2 ਈਨ 1 ਅਲ। ਅਗਲਾ ਬੱਚੋ ਜੋ ਸਾਡੇ ਕੋਲੇ ਕਿਰਿਆਤਮਕ ਸਮੂਹ ਆ ਉਹ ਹੈ ਸਾਡੇ ਕੋਲੇ ਕੀਟੋਨ। ਤਾਂ ਕੀਟੋਨ ਦੇ ਵਿੱਚ ਬੱਚੋ ਕੀ ਆ ਕਿ ਹਾਈਡਰੋਕਾਰਬਨ ਲੜੀ ਦੇ 2 ਹਾਈਡਰੋਜਨ ਆ ਜਿਹੜੇ ਉਹ C ਡਬਲ ਬੌਂਡ O ਦੇ ਨਾਲ ਰਿਪਲੇਸ ਹੋ ਜਾਂਦੇ ਆ। ਇਹਦੇ ਵਾਸਤੇ ਜੋ ਸੈਕੰਡਰੀ ਸਫਿਕਸ ਆ ਕੀਟੋਨ ਵਾਸਤੇ ਉਹ ਓਨ ਸ਼ਬਦ ਆ ਜਿਹੜਾ ਉਹ ਵਰਤਿਆ ਜਾਂਦਾ। ਲਾਸਟ ਵਾਲੀ ਜਿਹੜੀ ਅਸੀਂ ਇੰਗਲਿਸ਼ ਅਲਫਾਬੈਟ ਦੀ E ਨੂੰ ਹਟਾ ਕੇ ਓਨ ਦੇ ਨਾਲ ਰਿਪਲੇਸ ਕਰ ਦਾਂਗੇ। ਤਾਂ ਉਦਾਹਰਨ ਦੇ ਤੌਰ ਤੇ ਸਾਡੇ ਕੋਲੇ 3 ਕਾਰਬਨ ਦੀ ਇੱਕ ਲੜੀ ਦਿੱਤੀ ਹੋਈ ਆ। ਤਾਂ ਇਸ ਲੜੀ ਦੇ ਵਿੱਚ ਬੱਚੋ 3 ਕਾਰਬਨ ਆ, ਵਰਡ ਰੂਟ ਆ ਗਿਆ ਪ੍ਰੋਪ। ਕਾਰਬਨ ਕਾਰਬਨ ਸਿੰਗਲ ਬੌਂਡ ਦੇ ਨਾਲ ਬੌਂਡਡ ਆ, ਪ੍ਰਾਇਮਰੀ ਸਫਿਕਸ ਆ ਗਿਆ ਸਾਡੇ ਕੋਲੇ ਏਨ। ਔਰ ਇਹ ਤੁਹਾਡੇ ਕੋਲੇ ਫੰਕਸ਼ਨਲ ਗਰੁੱਪ ਆ ਬੱਚੋ, ਇਹਦੇ ਵਾਸਤੇ ਸਾਡੇ ਕੋਲੇ ਕੀ ਲੱਗਣਾ ਹੈਗਾ, ਓਨ। ਤਾਂ ਨੇਮ ਸਾਡੇ ਕੋਲੇ ਕੀ ਬਣ ਗਿਆ ਬੱਚੋ, ਪ੍ਰੋਪੇਨੋਨ। ਨੈਕਸਟ ਐਗਜ਼ਾਮਪਲ 5 ਕਾਰਬਨ ਦੀ ਲੜੀ ਸਾਨੂੰ ਦਿੱਤੀ ਹੋਈ ਆ। 1 ਨੰਬਰ ਕਾਰਬਨ, 2 ਕਾਰਬਨ, ਤੀਜਾ ਕਾਰਬਨ, ਚੌਥਾ ਕਾਰਬਨ ਔਰ ਪੰਜਵਾਂ ਕਾਰਬਨ। 5 ਕਾਰਬਨ ਦੀ ਵਿੱਚ ਸਾਡੇ ਕੋਲੇ ਲੜੀ ਦਿੱਤੀ ਹੋਈ ਆ। ਹੁਣ ਇਹਦੇ ਵਿੱਚ ਸਾਡੇ ਕੋਲੇ ਇਸ ਪੋਜੀਸ਼ਨ ਦੇ ਉੱਤੇ C ਡਬਲ ਬੌਂਡ O ਹੈ। ਤਾਂ ਉਸੇ ਤਰ੍ਹਾਂ ਅਸੀਂ ਇਹਦੀ ਪੋਜੀਸ਼ਨ ਨੂੰ ਸਪੈਸੀਫਾਈ ਕਰਾਂਗੇ ਕਿ ਅਸੀਂ ਕਾਊਂਟਿੰਗ ਆ ਜਿਹੜੀ ਉਹ ਲੈਫਟ ਸਾਈਡ ਤੋਂ ਸ਼ੁਰੂ ਕਰਨੀ ਆ ਜਾਂ ਕਾਊਂਟਿੰਗ ਅਸੀਂ ਰਾਈਟ ਸਾਈਡ ਤੋਂ ਸ਼ੁਰੂ ਕਰਨੀ ਆ। ਤਾਂ ਅਸੀਂ ਬੱਚੋ ਪ੍ਰੈਫਰ ਕਰਾਂਗੇ ਵੀ ਕਿਹੜੀ ਮਿਨੀਮਮ ਪੋਜੀਸ਼ਨ ਦੇ ਉੱਤੇ ਸਾਡੇ ਕੋਲੇ, ਕਿਹੜੀ ਛੋਟੀ ਪੋਜੀਸ਼ਨ ਦੇ ਉੱਤੇ ਸਾਡੇ ਕੋਲੇ ਇਹ ਜਿਹੜਾ ਫੰਕਸ਼ਨਲ ਗਰੁੱਪ ਆ ਉਹ ਆ ਰਿਹਾ।
ਤਾਂ ਇਧਰਲੀ ਸਾਈਡ ਤੋਂ ਅਸੀਂ ਰਾਈਟ ਸਾਈਡ ਤੋਂ ਦੇਖਦੇ ਹਾਂ ਸੈਕਿੰਡ ਪੋਜੀਸ਼ਨ ਹੈ, ਲੈਫਟ ਸਾਈਡ ਤੋਂ ਦੇਖਦੇ ਹਾਂ ਤਾਂ ਫੋਰਥ ਪੋਜੀਸ਼ਨ ਹੈ। ਤਾਂ ਅਸੀਂ ਰਾਈਟ ਸਾਈਡ ਤੋਂ ਕਾਊਂਟਿੰਗ ਸਟਾਰਟ ਕਰਾਂਗੇ। ਤਾਂ ਕਾਊਂਟਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੈਕਿੰਡ ਪੋਜੀਸ਼ਨ ਤੇ ਓਨ ਹੈ, ਇਹ ਸੈਕੰਡਰੀ ਸਫਿਕਸ ਹੈ। ਬਾਕੀ ਸਾਡੇ ਕੋਲੇ 5 ਕਾਰਬਨ ਦੇ ਲਈ ਜਿਹੜਾ ਵਰਡ ਰੂਟ ਆ ਉਹ ਪੈਂਟ ਹੈ ਬੱਚੋ। ਤੀਜੀ ਪੋਜੀਸ਼ਨ ਦੇ ਉੱਤੇ ਸਾਡੇ ਕੋਲੇ ਡਬਲ ਬੌਂਡ ਲੱਗਿਆ ਹੋਇਆ, ਤਾਂ ਸਾਡੇ ਕੋਲੇ ਜੋ ਨੇਮ ਇਹਦੀ ਫਾਰਮੇਸ਼ਨ ਹੋ ਰਹੀ ਆ 5 ਕਾਰਬਨ ਲਈ ਪੈਂਟ, ਤੀਜੀ ਪੋਜੀਸ਼ਨ ਲਈ ਈਨ ਔਰ ਦੂਜੀ ਪੋਜੀਸ਼ਨ ਲਈ ਸਾਡੇ ਕੋਲੇ ਸੈਕੰਡਰੀ ਸਫਿਕਸ ਕੀ ਆ ਰਿਹਾ ਹੈਗਾ ਓਨ। ਤਾਂ ਸਾਡੇ ਕੋਲੇ ਕੰਪਲੀਟ ਨੇਮ ਹੋ ਜਾਏਗਾ ਪੈਂਟ 3 ਈਨ 2 ਓਨ। ਲਾਸਟ ਐਗਜ਼ਾਮਪਲ ਬੱਚੋ ਹੈਕਸੇਨੋਨ ਦੀ ਹੈ, ਇਹ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰ ਲਓ। ਇਹਦੀ ਤੁਸੀਂ ਆਪਣੇ ਆਪ ਆ ਜਿਹੜੀ ਉਹ ਨੇਮਿੰਗ ਹੈ ਜਿਹੜੀ ਉਹ ਕਰਕੇ ਦੇਖਣੀ ਹੈ, ਠੀਕ ਹੈ। ਕਿਉਂਕਿ ਕੁਝ ਉਦਾਹਰਨਾਂ ਤੁਸੀਂ ਆਪਣੇ ਆਪ ਵੀ ਸਪੈਸੀਫਾਈ ਕਰ ਸਕਦੇ ਹੋ, ਕੁਝ ਉਦਾਹਰਨਾਂ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ। ਤਾਂ ਉਹਨਾਂ ਦੀ ਨੇਮਿੰਗ ਜਿੰਨੀ ਜ਼ਿਆਦਾ ਕਰੋਗੇ ਉਨੀ ਤੁਹਾਡੀ ਜਿਹੜੀ ਐਕਸਪਲੇਨੇਸ਼ਨ ਆ ਉਹ ਤੁਹਾਨੂੰ ਕਲੀਅਰ ਹੋਏਗੀ। ਤਾਂ ਇਹ ਤੁਸੀਂ ਨੋਟ ਕਰ ਲਓ ਔਰ ਇਹਨੂੰ ਤੁਸੀਂ ਖੁਦ ਆਪਣੇ ਆਪ ਜਿਹੜੀ ਇਹਦੀ ਨੇਮਿੰਗ ਕਰਨ ਦੀ ਕੋਸ਼ਿਸ਼ ਕਰਨੀ ਹੈ। क्रियात्मक समूह की लड़ी में बच्चों जो साडे कोले लास्ट प्रेजेंटेशन आ वो है कार्बोक्सिलिक तेजाब की। कार्बोक्सिलिक तेजाब जिहड़े बच्चों हुंदे आ तां कार्बोक्सिलिक तेजाब दे विच H दी रिप्लेसमेंट हुंदी है बच्चों COOH दे नाल। सैकेंडरी सफिक्स आ जिहड़ा इहदे विच ਉਹ आइक एसिड आ जिहड़ा ਉਹ ਵਰਤਿਆ ਜਾਂਦਾ ਹੈਗਾ। जिस तरह बच्चों COOH साडे कोले फंक्शनल ग्रुप है, ਤਾਂ ਕਾਰਬਨ ਦੀ 4 ਸੰਯੋਜਕਤਾ ਵਾਸਤੇ 4 ਜਿਹੜੇ ਬੌਂਡ ਹੈ ਇੱਕ OH ਦੇ ਨਾਲ, ਡਬਲ ਬੌਂਡ ਆਕਸੀਜਨ ਦੇ ਨਾਲ, ਚੌਥਾ ਬੌਂਡ ਹਾਈਡਰੋਜਨ ਦੇ ਨਾਲ ਬਣਿਆ ਹੋਇਆ। ਤਾਂ ਇਹ ਸਾਡੇ ਕੋਲੇ ਕਾਰਬਨ ਦੀ ਸੰਯੋਜਕਤਾ 4 ਨੂੰ ਵੀ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਤਾਂ ਕਿਉਂਕਿ ਲੜੀ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਕਾਰਬਨ ਹੈ ਤਾਂ ਵਰਡ ਰੂਟ ਹੋਏਗਾ ਬੱਚੋ ਮਿਥ। ਹੁਣ ਕੋਈ ਦੋਹਰੇ ਬੰਧਨ ਦੀ ਤਾਂ ਹੈ ਹੀ ਨਹੀਂ, ਗੁੰਜਾਇਸ਼ ਹੀ ਹੈ ਨਹੀਂਗੀ। ਤਾਂ ਏਨ ਔਰ ਜਿਹੜਾ ਸਾਡੇ ਕੋਲੇ ਫੰਕਸ਼ਨਲ ਗਰੁੱਪ ਹੈ ਉਹਦੇ ਵਾਸਤੇ ਸਾਡੇ ਕੋਲੇ ਸਾਊਂਡ ਆਉਣੀ ਚਾਹੀਦੀ ਆ ਓਇਕ ਐਸਿਡ ਦੀ। ਤਾਂ ਸਾਡੇ ਕੋਲੇ ਨੇਮ ਆ ਗਿਆ ਬੱਚੋ ਮੀਥੇਨੋਇਕ ਐਸਿਡ। ਸਿਮਿਲਰਲੀ 2 ਕਾਰਬਨ ਦੀ ਅਸੀਂ ਐਗਜ਼ਾਮਪਲ ਲਈ ਆ, ਇੱਕ ਤੁਹਾਡੇ ਕੋਲੇ ਰਿਪਰੈਜ਼ੈਂਟ ਕਰ ਰਿਹਾ ਸੈਕੰਡਰੀ ਸਫਿਕਸ ਨੂੰ ਕਾਰਬੋਕਸਿਲਿਕ ਐਸਿਡ ਨੂੰ ਔਰ ਸੈਕਿੰਡ ਸਾਡੇ ਕੋਲੇ CH3 ਗਰੁੱਪ ਹੈ। ਤਾਂ ਇਹਦੇ ਵਿੱਚ ਬੱਚੋ ਫਸਟ ਪੋਜੀਸ਼ਨ ਤੇ ਸਾਡੇ ਕੋਲੇ ਇਹ ਜਿਹੜਾ ਸੈਕੰਡਰੀ ਸਫਿਕਸ ਹੈ ਕਾਰਬੋਕਸਿਲਿਕ ਐਸਿਡ ਦੀ ਰਿਪਰੈਜ਼ੈਂਟੇਸ਼ਨ ਹੈ। ਸੈਕਿੰਡ ਪੋਜੀਸ਼ਨ ਸਾਡੇ ਕੋਲੇ ਇਹ ਕਾਰਬਨ ਅਵੇਲੇਬਲ ਹੋ ਰਿਹਾ। ਤਾਂ ਇਹਦੇ ਵਿੱਚ ਬੱਚੋ ਵਰਡ ਰੂਟ 2 ਕਾਰਬਨ ਕਰਕੇ ਇਥ, ਸਿੰਗਲ ਬੌਂਡ ਤਾਂ ਏਨ ਔਰ ਲਾਸਟ ਦੇ ਵਿੱਚ ਸਾਡੇ ਕੋਲੇ ਜਿਹੜੀ ਸਾਊਂਡ ਆ ਉਹ ਕੀ ਆ ਓਇਕ ਐਸਿਡ ਦੀ ਆਣੀ ਆ ਤਾਂ ਇਥੇਨੋਇਕ ਐਸਿਡ। ਲਾਸਟ ਐਗਜ਼ਾਮਪਲ ਬੱਚੋ ਅਸੀਂ ਲਈ ਆ 5 ਕਾਰਬਨ ਦੀ ਸਾਡੇ ਕੋਲੇ ਲੜੀ ਆ 1 2 3 4 5 ਕਾਰਬਨ, ਸਾਰੇ ਦੇ ਸਾਰੇ ਕਾਰਬਨ ਸਿੰਗਲ ਬੌਂਡ ਦੇ ਨਾਲ ਇੱਕ ਦੂਜੇ ਦੇ ਨਾਲ ਬੌਂਡਡ ਹੈਗੇ ਆ। ਇਹਦਾ ਮਤਲਬ 5 ਕਾਰਬਨ ਲਈ ਜਿਹੜਾ ਵਰਡ ਰੂਟ ਆ ਉਹ ਬੱਚੋ ਪੈਂਟ ਹੋਣਾ। ਸਿੰਗਲ ਜਿਹੜੇ ਬੌਂਡ ਹੈਗੇ ਆ ਤਾਂ ਸਿੰਗਲ ਬੌਂਡ ਵਾਸਤੇ ਜਿਹੜਾ ਸਾਡੇ ਕੋਲੇ ਪ੍ਰਾਇਮਰੀ ਸਫਿਕਸ ਹੈ ਉਹ ਏਨ ਹੋਏਗਾ ਔਰ ਲਾਸਟ ਦੇ ਵਿੱਚ ਸਾਡੇ ਕੋਲੇ ਜਿਹੜੀ ਸਾਊਂਡ ਹੈ ਉਹ ਓਇਕ ਐਸਿਡ ਦੀ ਆਉਣੀ ਹੈਗੀ ਹੈ। ਸੈਕੰਡਰੀ ਸਫਿਕਸ ਵਾਸਤੇ ਅਸੀਂ ਓਇਕ ਐਸਿਡ ਯੂਜ਼ ਕਰਨਾ ਹੈਗਾ। ਤਾਂ ਇਹਦੇ ਵਾਸਤੇ ਬੱਚੋ ਸਾਡੇ ਕੋਲੇ ਪੈਂਟ, ਸਿੰਗਲ ਬੌਂਡ ਲਈ ਏਨ ਔਰ ਲਾਸਟ ਦੇ ਵਿੱਚ ਸਾਡੇ ਕੋਲੇ ਸੈਕੰਡਰੀ ਸਫਿਕਸ ਆ ਜੋ ਉਹ ਓਇਕ ਐਸਿਡ ਅਸੀਂ ਯੂਜ਼ ਕਰ ਰਹੇ ਹਾਂ। ਤਾਂ ਕੰਪਲੀਟ ਨੇਮ ਹੋ ਗਿਆ ਬੱਚੋ ਪੈਂਟੇਨੋਇਕ ਐਸਿਡ।